ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬੇਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਨੂੰ ਇਹ ਦੱਸ ਦਈਏ ਕਿ BC ਦੇ ਵਿੱਚ ਹਰ ਥਾਂ ਦੇ ਉੱਤੇ ਵੈਕਸੀਨ ਜਿਹੜੀ ਆ ਲਗਾਈ ਜਾ ਰਹੀ ਹੈ। ਤੁਸੀਂ ਵੀ ਆਪਣੀ ਵੈਕਸੀਨੇਸ਼ਨ ਦੇ ਲਈ ਜਿਹੜਾ ਬੁਕਿੰਗ ਕਰਵਾਓ ਤੇ ਵੈਕਸੀਨ ਜ਼ਰੂਰ ਲਗਵਾਓ। ਸਰੀ ਦੇ ਵਿੱਚ ਵੈਕਸੀਨੇਸ਼ਨ ਕਿਵੇਂ ਲਗਾਏਗੀ ਇਸ ਤੇ ਖਾਸ ਰਿਪੋਰਟ ਇੱਕ ਜ਼ਰੂਰ ਦਿਖਾਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸਰੀ ਨਿਊਟਨ ਦੇ ਐਥਲੀਟ ਪਾਰਕ ਦੇ ਵਿੱਚ ਵੈਕਸੀਨ ਲਗਵਾਉਣ ਦੇ ਲਈ ਲੱਗੀਆਂ ਲੰਬੀਆਂ ਕਤਾਰਾਂ। ਸਵੇਰੇ 5 ਵਜੇ ਤੋਂ ਫਾਈਜ਼ਰ ਵੈਕਸੀਨ ਲਗਵਾਉਣ ਦੇ ਲਈ ਪਹੁੰਚੇ 1000 ਦੇ ਕਰੀਬ ਲੋਕ। ਮੇਅਰ ਡਗ ਮੈਕਲਮ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਤੇ ਪਾਸ ਕੀਤੇ ਗਏ ਮੋਸ਼ਨ ਸੰਬੰਧੀ ਕੌਂਸਲਰ ਮਨਦੀਪ ਨਾਗਰਾ ਦੇ ਨਾਲ ਗੱਲਬਾਤ। ਨਾਗਰਾ ਨੇ ਕਿਸਾਨਾਂ ਦੇ ਮੁੱਦੇ ਤੇ ਜਾਤ ਪਾਤ ਦੀ ਸਿਆਸਤ ਕਰਨ ਵਾਲਿਆਂ ਨੂੰ ਦਿੱਤੀ ਨਸੀਹਤ। ਐਡਵੈਂਟਰ ਤੋਂ ਦੇਖਦੇ ਹਾਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਅਹਿਮ ਖਬਰ, ਕਿਸਾਨ ਤਾਂ ਕਿਸਾਨ ਹੁੰਦੇ ਹੈ, ਕਿਸਾਨ ਦੀ ਤੁਲਨਾ ਕਿਸੇ ਜਾਤ ਪਾਤ ਨਾਲ ਨਹੀਂ ਕੀਤੀ ਜਾ ਸਕਦੀ। ਇਹ ਗੱਲ ਕਹੀ ਹੈ ਸਿਟੀ ਕੌਂਸਲਰ ਮਨਦੀਪ ਨਾਗਰਾ ਨੇ, ਜਿਨ੍ਹਾਂ ਮੇਅਰ ਡਗ ਮੈਕਲਮ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਸਤਾਵ ਪਾਸ ਕਰਨ ਦੇ ਫੈਸਲੇ ਨੂੰ ਸਰਾਹਿਆ ਅਤੇ ਨਾਲ ਹੀ ਕਿਹਾ ਕਿ ਏਕਤਾ ਦੇ ਵਿੱਚ ਬਲ ਹੁੰਦਾ ਹੈ। ਇਸ ਲਈ ਸਾਰੇ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਕਿਸਾਨਾਂ ਦੇ ਹੱਕ ਦੀ ਆਵਾਜ਼ ਜ਼ਰੂਰ ਬਣੋ। ਆਓ ਸੁਣਦੇ ਹਾਂ ਹੋਰ ਇਸ ਮੌਕੇ ਸਿਟੀ ਕੌਂਸਲਰ ਮਨਦੀਪ ਨਾਗਰਾ ਨੇ ਕੀ ਕੁਝ ਕਿਹਾ। ਸੋ ਸਾਰੀ ਮੇਅਰ ਦੇ ਵੱਲੋਂ ਬੀਤੇ ਦਿਨ ਮੋਸ਼ਨ ਜਿਹੜਾ ਉਹ ਪਾਸ ਕੀਤਾ ਗਿਆ। ਫਾਰਮਰਸ ਨੂੰ ਸਮਰਥਨ ਦਿੰਦੇ ਹੋਏ ਇਹ ਮੋਸ਼ਨ ਪਾਸ ਕਰ ਦਿੱਤਾ ਗਿਆ। ਵੱਡੀ ਗੱਲ ਇਹ ਸੀਗੀ ਕਿ ਇਸ ਮੋਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੋਈ, ਬਿਨਾਂ ਬਹਿਸ ਤੋਂ ਇਹਨੂੰ ਪਾਸ ਕੀਤਾ ਗਿਆ। ਹੋਰ ਕੀ ਕੁਝ ਹੈ ਔਰ ਇਸ ਮੋਸ਼ਨ ਦੇ ਵਿੱਚ ਕੀ ਕੁਝ ਖਾਸ ਰਹੇਗਾ, ਸਾਡੇ ਨਾਲ ਮਨਦੀਪ ਨਾਗਰਾ ਜੀ ਜੁੜੇ ਹੋਏ ਨੇ, ਇਹਨਾਂ ਤੋਂ ਜਾਣਦੇ ਹਾਂ। ਮਨਦੀਪ ਨਾਗਰਾ ਜੀ, ਕੱਲ੍ਹ ਜਿਹੜਾ ਮੋਸ਼ਨ ਪਾਸ ਕਰ ਦਿੱਤਾ ਗਿਆ ਔਰ ਮੇਅਰ ਨੇ ਡਗ ਮੈਕਲਮ ਨੇ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ, ਇਸ ਜਿਹੜੀ ਇਹਦੀ ਪਹਿਲਾਂ ਤਾਂ ਜ਼ਰੂਰਤ ਹੀ ਕਿਉਂ ਮਹਿਸੂਸ ਹੋਈ ਕਿ ਕਮਿਊਨਿਟੀ ਦੇ ਵੱਲੋਂ ਇਸ ਤਰ੍ਹਾਂ ਦੇ ਮੋਸ਼ਨ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ? ਜੀ ਬਿਲਕੁਲ, ਬਹੁਤ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਆਲਮੋਸਟ 1 ਸਾਲ ਤੋਂ ਜਿਹੜੇ ਬਿਲਸ ਜਿਹੜੇ ਆਏ ਸੀਗੇ ਤੇ ਆਪਣੇ ਸਰੀ ਦੇ ਵਿੱਚ ਹੋਰ ਪਾਰਟਸ ਨਾਰਥ ਅਮਰੀਕਾ ਦੇ, ਕੈਨੇਡਾ ਦੇ, US ਦੇ ਸਾਰੇ ਪਾਰਟਸ ਦੇ ਵਿੱਚ ਰੈਲੀਜ਼ ਹੋ ਰਹੀਆਂ ਸੀਗੀਆਂ। ਬਹੁਤ ਪੀਸਫੁਲੀ ਪ੍ਰੋਟੈਸਟ ਹੋ ਰਹੇ ਸੀਗੇ। ਇੰਡੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ। ਸੋ ਬਹੁਤ ਇੱਕ ਡਿਮਾਂਡ ਸੀਗੀ ਕਮਿਊਨਿਟੀ ਦੀ ਕਿ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਆ, ਚਾਹੇ ਲੋਕਲ ਗਵਰਨਮੈਂਟਸ ਆ, ਚਾਹੇ ਉਹ ਪ੍ਰੋਵਿੰਸ਼ੀਅਲ ਜਾਂ ਫੈਡਰਲ ਆ, ਉਹ ਰੈਕਗਨਾਈਜ਼ ਜ਼ਰੂਰ ਕਰਨ, ਐਕਨੋਲੇਜ ਜ਼ਰੂਰ ਕਰਨ ਕਿ ਐਕਚੁਅਲ ਪ੍ਰੋਬਲਮ ਹੈ ਫਾਰਮਰਸ ਨੂੰ। ਜਿਹੜੇ ਇੰਡੀਆ ਦੇ ਵਿੱਚ ਨਵੇਂ ਬਿਲਸ ਹੈ ਉਹਨਾਂ ਨੂੰ ਐਕਚੁਅਲੀ ਇਹ ਬਿਲਸ ਦੇ ਨਾਲ ਪ੍ਰੋਬਲਮ ਹੈ, ਤਾਂ ਕਿ ਗਵਰਨਮੈਂਟ ਰੀਕਨਸੀਡਰ ਕਰੇ ਉਹਨਾਂ ਨੂੰ, ਉਹ ਬਿਲਸ ਨੂੰ ਰੀਵਿਜ਼ਿਟ ਕਰੇ, ਉਹਨਾਂ ਦੇ ਵਿੱਚ ਜਿਹੜੀਆਂ ਡਿਮਾਂਡ ਦੇ ਅਕੋਰਡਿੰਗਲੀ ਜਿਹੜੀਆਂ ਚੇਂਜਸ ਆ ਉਹ ਲੈ ਕੇ ਆਉਣ। ਸੋ ਡੈਫੀਨਿਟਲੀ ਉਹ ਸਿਟੀ ਆਫ ਸਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਸੀ। ਸੋ ਸਿਟੀ ਆਫ ਸਰੀ ਨੇ ਉਹਨੂੰ ਪ੍ਰੋਬਲਮ ਜਿਹੜੀ ਇੰਡੀਅਨ ਫਾਰਮਰਸ ਨੂੰ ਇਸ ਟਾਈਮ ਆ ਰਹੀ ਆ ਉਹਨੂੰ ਇਕਨੋਲੇਜ ਕੀਤਾ। ਨੋਟਿਸ ਆਫ ਮੋਸ਼ਨ ਮੇਅਰ ਮੈਕੈਲਮ ਵੱਲੋਂ ਲੈ ਕੇ ਆਂਦਾ ਗਿਆ ਸੀ। ਉਸ ਤੋਂ ਬਾਅਦ ਐਕਚੁਅਲ ਮੋਸ਼ਨ ਲਾਸਟ ਕਾਉਂਸਲ ਮੀਟਿੰਗ ਦੇ ਵਿੱਚ ਉਹਦੇ ਪੂਰੇ ਕਾਉਂਸਲ ਦੀ ਸਪੋਰਟ ਮਿਲੀ। ਦੋਨੋਂ ਸਾਈਡਸ ਦੇ ਜਿਹੜੇ ਕਾਉਂਸਲਰਸ ਹੈਗੇ ਆ, ਜਿਹੜੇ ਸੇਫ ਸਰੀ ਦੇ ਕਾਉਂਸਲਰਸ ਐਂਡ ਮੇਅਰ ਦੇ ਨਾਲ ਦੂਜੇ ਬਾਕੀ ਦੇ ਜਿਹੜੇ ਕਾਉਂਸਲਰਸ ਹੈਗੇ ਉਹਨਾਂ ਦੀ ਵੀ ਪੂਰੀ ਸਪੋਰਟ ਮਿਲੀ। ਸੋ ਇਹ ਮੋਸ਼ਨ ਜਿਹੜਾ ਪਾਸ ਹੋਇਆ ਲਾਸਟ ਪਬਲਿਕ ਹੀਅਰਿੰਗ ਦੇ ਵਿੱਚ। ਜੀ ਸੋ ਇਸ ਮੋਸ਼ਨ ਦੇ ਨਾਲ ਜਦੋਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਮੋਸ਼ਨ ਪਾਸ ਹੋਇਆ, ਨੋ ਡਾਊਟ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੇ ਪੰਜਾਬੀ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ। ਇਸ ਮੋਸ਼ਨ ਦੇ ਪਾਸ ਹੋਣ ਦੇ ਨਾਲ ਭਾਰਤ ਦੇ ਵਿੱਚ ਜਿਹੜੇ ਕਿਸਾਨ ਆਲਰੇਡੀ ਬੈਠੇ ਹੋਏ ਨੇ, ਆਪਣਾ ਅੰਦੋਲਨ ਕਰ ਰਹੇ ਨੇ, ਉਹਨਾਂ ਦੇ ਵੱਲ ਕਿਸ ਤਰੀਕੇ ਦਾ ਮੈਸੇਜ ਪਹੁੰਚਿਆ? ਔਰ ਸਪੈਸ਼ਲੀ ਲੱਗਦਾ ਕਿ ਇਸ ਮੋਸ਼ਨ ਦਾ ਫਾਇਦਾ ਭਾਰਤ ਸਰਕਾਰ ਦੇ ਕੋਈ ਹੋ ਸਕਦਾ, ਕੋਈ ਫਰਕ ਪੈ ਸਕਦਾ ਉਹਨਾਂ ਨੂੰ? ਵੈਲ ਡੈਫੀਨਿਟਲੀ ਆਈ ਐਮ ਸ਼ੋਰ ਕਿ ਕਿਉਂਕਿ ਹਰ ਇੱਕ ਲੈਵਲ ਦੀਆਂ ਗਵਰਨਮੈਂਟਸ ਦੇ ਵਿੱਚ ਹਰ ਇੱਕ ਡਿਪਾਰਟਮੈਂਟਸ ਹੁੰਦੇ ਆ ਕਿ ਜਿਹੜੇ ਕਮਿਊਨਿਟੀ ਦੇ ਰਿਐਕਸ਼ਨਸ ਵਾਚ ਕਰਦੇ ਆ। ਸੋ ਸਿਟੀ ਆਫ ਸਰੀ ਦੀ ਜਿਹੜੀ ਕਮਿਊਨਿਟੀ ਹੈ, ਜਿਨ੍ਹਾਂ ਦੀਆਂ ਬਹੁਤ ਸਟਰੋਂਗ ਟਾਈਸ ਹੈਗੀਆਂ ਇੰਡੀਆ ਦੇ ਫਾਰਮਰਸ ਦੇ ਨਾਲ, ਉੱਥੇ ਉਹਨਾਂ ਦੀਆਂ ਫੈਮਲੀਜ਼ ਹੈਗੀਆਂ, ਚਾਹੇ ਉਹਨਾਂ ਦੀ ਆਪਣੀ ਲੈਂਡ ਹੈਗੀ, ਐਗਰੀਕਲਚਰ ਲੈਂਡ ਹੈਗੀ ਆ, ਉੱਥੇ ਉਹ ਨੈਗੇਟਿਵਲੀ ਇੰਪੈਕਟ ਪਊਗੀ। ਸੋ ਉਹਨਾਂ ਨੇ ਇੱਕ ਆਪਣਾ ਡਿਸਐਗਰੀਮੈਂਟ ਸ਼ੋਅ ਕੀਤਾ ਕਿ ਜਿਹੜੇ ਨਵੇਂ ਬਿਲਸ ਆ ਉਹਨਾਂ ਦੇ ਨਾਲ ਉਹ ਟੋਟਲੀ ਐਗਰੀ ਨਹੀਂ ਕਰਦੇ, ਚਾਹੇ ਉਹਦੇ ਵਿੱਚ ਜਿਹੜੀਆਂ ਰਿਕੁਆਇਰਡ ਚੇਂਜਸ ਆ ਉਹ ਲੈ ਕੇ ਆਉਣ, ਚਾਹੇ ਉਹ ਜਿਹੜੇ ਇਹ ਬਿਲਸ ਆ ਉਹਨਾਂ ਨੂੰ ਰੀਕਨਸੀਡਰ ਕਰਨ ਦੁਬਾਰਾ। ਸੋ ਇੱਕ ਆਪਣਾ ਗੁੱਡ ਮੈਸੇਜ ਜਿਹੜਾ ਆ ਸਿਟੀ ਆਫ ਸਰੀ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨੇ ਬਾਹਰ ਭੇਜਿਆ। ਸੋ ਆਈ ਗੈਸ ਡੈਫੀਨਿਟਲੀ ਜ਼ਰੂਰ ਫਰਕ ਪਏਗਾ ਕੋਈ ਨਾ ਕੋਈ। ਤੁਹਾਨੂੰ ਲੱਗਦਾ ਕਿ ਬਾਕੀ ਕੰਟਰੀਜ਼ ਜਿਹੜੀਆਂ ਉਹ ਵੀ ਇਸ 'ਤੇ ਵਿਚਾਰ ਕਰਨਗੀਆਂ? ਕਿਉਂਕਿ ਹੁਣ ਤੱਕ ਅਸੈਂਬਲੀਆਂ ਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਨੂੰ ਚੁੱਕਿਆ ਜ਼ਰੂਰ ਜਾ ਰਿਹਾ ਸੀਗਾ, ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ, USA ਦੀ ਗੱਲ ਕਰ ਲਈਏ, ਲੋਕ ਗੱਲ ਤਾਂ ਕਰ ਰਹੇ ਸੀਗੇ। UK ਦੇ ਵਿੱਚ ਸਪੈਸ਼ਲੀ ਕਾਫੀ ਇਹ ਮੁੱਦਾ ਉੱਠਿਆ ਤੇ ਲੱਗਦਾ ਵੀ ਇਸ ਤਰੀਕੇ ਦੀ ਮੋਸ਼ਨ ਲਿਆ ਕੇ ਉਹਨੂੰ
ਉਹਨੂੰ ਪਾਸ ਕਰਨ ਦੀ ਜਿਹੜੀ ਹੈ ਉੱਥੇ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ? ਵੈਲ ਦੇਖੋ, ਐਂਡ ਆਫ ਦਾ ਡੇ ਯੂਨਿਟੀ ਦੇ ਵਿੱਚ ਸਟਰੈਂਥ ਹੁੰਦੀ ਹੈ। ਸੋ ਜਦੋਂ ਇੰਨਾ ਜ਼ਿਆਦਾ ਆਪਾਂ ਇਕੱਠੇ ਹੋ ਗਏ, ਆਪਣੇ ਜਿਹੜੇ ਫਾਰਮਰਸ ਜਿਹੜੇ ਰਿਲੇਟਡ ਹੈਗੇ ਆ ਇੰਡੀਆ ਦੇ ਨਾਲ, ਕਨੈਕਸ਼ਨਸ ਹੈਗੇ ਆ, ਆਪਣੀਆਂ ਫੈਮਲੀਜ਼ ਹੈਗੀਆਂ ਇੰਡੀਆ ਦੇ ਵਿੱਚ, ਜਦੋਂ ਆਪਾਂ ਯੂਨਾਈਟਿਡ ਵੇ ਦੇ ਨਾਲ ਇੱਕ ਮੈਸੇਜ, ਪੀਸਫੁਲ ਮੈਸੇਜ ਅਸੀਂ ਭੇਜਾਂਗੇ, ਡੈਫੀਨਿਟਲੀ ਉਹਨਾਂ ਦੇ ਜ਼ਰੂਰ ਫਰਕ ਪੈਣਗੇ ਅਤੇ ਹੋਪਫੁਲੀ ਜੋ ਫਾਰਮਰਸ ਡਿਮਾਂਡ ਕਰ ਰਹੇ ਆ ਉਹਨਾਂ ਨੂੰ ਉਹ ਜ਼ਰੂਰ ਮਿਲੇਗਾ। ਸੋ ਭਾਰਤ ਸਰਕਾਰ ਦੇ ਲਈ ਤੇ ਉੱਥੇ ਬੈਠੇ ਕਿਸਾਨਾਂ ਦੇ ਲਈ ਮਨਦੀਪ ਨਾਗਰਾ ਦਾ ਕੀ ਮੈਸੇਜ ਹੈ? ਵੈਲ ਮੈਂ ਐਕਚੁਅਲ ਗਵਰਨਮੈਂਟਸ ਨੂੰ ਮੈਂ ਕੁਛ ਐਡਵਾਈਸ ਨਹੀਂ ਕਰ ਸਕਦਾ ਕਿ ਉਹ ਕੀ ਕਰਨਾ। ਮੈਂ ਜਿਹੜੇ ਇੱਥੇ ਦੇ ਲੋਕਲ ਕਮਿਊਨਿਟੀ ਹੈ ਜਾਂ ਹੋਰ ਕਮਿਊਨਿਟੀ ਆ, ਇੱਕ ਜ਼ਰੂਰ ਮੈਂ ਮੈਸੇਜ ਦੇਣਾ ਚਾਹੂੰਗਾ ਤੁਹਾਡੇ ਚੈਨਲ ਦੇ ਥਰੂ ਕਿ ਇੱਕ ਫਾਰਮਰ ਬਿਲਸ ਨੂੰ ਲੈ ਕੇ ਆ, ਇਹ ਕੋਈ ਵੀ ਇੱਕ ਇਹ ਰਿਲੀਜੀਅਸ ਵਾਈਜ਼ ਜਿਹੜਾ ਇਹ ਟੌਪਿਕ ਨਹੀਂ ਹੈਗਾ। ਇਹਦੇ ਵਿੱਚ ਆਪਾਂ ਸਿੱਖ ਜਾਂ ਹਿੰਦੂ ਜਾਂ ਮੁਸਲਿਮ, ਆਪਾਂ ਇੱਥੇ ਲੋਕਲ ਕਮਿਊਨਿਟੀ ਦੇ ਵਿੱਚ ਵੀ ਥੋੜ੍ਹੇ ਜਿਹੇ ਇੰਸੀਡੈਂਟਸ ਦੇਖੇ ਜਿੱਥੇ ਇਹ ਪ੍ਰੋਬਲਮ ਆਈ ਆ। ਸੋ ਇਹਨੂੰ ਐਸਾ ਫਾਰਮਰਸ ਇਸ਼ੂ ਲੈ ਕੇ ਚੱਲਿਓ। ਫਾਰਮਰਸ ਉਹ ਸਿੱਖ ਵੀ ਹੋ ਸਕਦਾ, ਫਾਰਮਰ ਹਿੰਦੂ ਵੀ ਹੋ ਸਕਦਾ, ਫਾਰਮਰ ਕ੍ਰਿਸਚਨ ਵੀ ਹੋ ਸਕਦਾ। ਸੋ ਇਹ ਸਾਰੇ ਫਾਰਮਰਸ ਵਾਸਤੇ ਆ, ਨਾ ਕਿ ਕਿਸੇ ਇੱਕ ਸਪੈਸੀਫਿਕ ਰਿਲੀਜੀਅਸ ਗਰੁੱਪ ਵਾਸਤੇ ਆ। ਸੋ ਇਹਨਾਂ ਦਾ ਜੇ ਬਿਲਸ ਆਉਂਦੇ ਆ, ਜੇ ਇਹਨਾਂ ਨੂੰ ਕਿਸੇ ਨੁਕਸਾਨ ਹੁੰਦਾ, ਉਹ ਹਿੰਦੂ ਫਾਰਮਰਸ ਨੂੰ ਵੀ ਹੁੰਦਾ, ਕ੍ਰਿਸਚਨ ਫਾਰਮਰਸ ਨੂੰ ਵੀ, ਮੁਸਲਿਮ ਫਾਰਮਰਸ ਨੂੰ ਵੀ ਹੁੰਦਾ। ਸੋ ਇੱਕ ਆਪਣਾ ਜਿਹੜਾ ਯੂਨਿਟੀ ਆ, ਜਿਹੜੀ ਆਪਣੀ ਇੱਕ ਕਮਿਊਨਿਟੀ ਆ, ਉਹਦੀਆਂ ਜਿਹੜੀਆਂ ਟਾਈਸ ਆ ਉਹਨੂੰ ਸਟਰੋਂਗ ਰੱਖੀ ਆ ਆਪਾਂ। ਐਟ ਦ ਸੇਮ ਟਾਈਮ ਜੇ ਆਪਣੀ ਡਿਸਐਗਰੀਮੈਂਟ ਹੈਗਾ ਬਿਲਸ ਦੇ ਨਾਲ, ਉਹਨੂੰ ਸ਼ੋਅ ਕਰੀਏ, ਬਟ ਐਟ ਦ ਸੇਮ ਟਾਈਮ ਆਪਾਂ ਇੱਥੇ ਐਜ਼ ਅ ਕਮਿਊਨਿਟੀ ਪਿਆਰ ਦੇ ਨਾਲ ਰਹੀਏ। ਆਪਾਂ ਇਹਨੂੰ ਇੱਕ ਹਿੰਦੂ, ਸਿੱਖ, ਮੁਸਲਿਮ ਜਾਂ ਕ੍ਰਿਸਚਨ, ਇਹਨੂੰ ਉਸ ਟੌਪਿਕ ਨੂੰ ਵਿੱਚ ਨਾ ਇਨਵੋਲਵ ਕਰੀਏ ਜੀ। ਥੈਂਕ ਯੂ ਸੋ ਮਚ। ਐਡਮਿੰਟਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ? ਐਡਮਿੰਟਨ ਸਰਗਰਮੀਆਂ ਤੇ ਅਪਡੇਟ ਦਿੱਤਾ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਨੇ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਇੱਕ ਖਬਰ ਜਿਹੜੀ ਆ ਰਹੀ ਆ ਉਹ ਗ੍ਰੈਂਡ ਪ੍ਰੇਰੀ ਤੋਂ ਆ ਰਹੀ ਆ। ਉੱਥੇ ਇੱਕ ਇਨਸੀਡੈਂਟ ਹੋਇਆ ਜਿਹਦੀ ਇਨਵੈਸਟੀਗੇਸ਼ਨ ਅਸੀਰਟ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਇਸ ਤਰ੍ਹਾਂ ਵਾਪਰੀ ਜਾਂਦੀ ਹੈ, ਦੱਸੀ ਜਾ ਰਹੀ ਹੈ ਕਿ ਸ਼ਨੀਚਰਵਾਰ ਵਾਲੇ ਦਿਨ RCMP ਨੂੰ ਕਾਲ ਆਈ ਕਿ ਦੋ ਵਿਅਕਤੀ ਜਿਹੜੇ ਨੇ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ ਸਾਈਕਲਾਂ ਦੇ ਉੱਤੇ ਘੁੰਮ ਰਹੇ ਸੀਗੇ। ਜਦੋਂ ਤੱਕ ਪੁਲਿਸ ਉੱਥੇ ਪਹੁੰਚਦੀ ਆ ਜੀ, ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਆ ਉਹਦੇ ਸਾਈਕਲ ਦੇ ਪਿੱਛੇ ਇੱਕ ਛੋਟੀ ਜਿਹੀ ਬੱਗੀ ਪਾਈ ਆ ਅਤੇ ਉਹਦੇ ਵਿੱਚ ਇੱਕ ਸੇਫ ਜਿਹੜਾ ਸੀਗਾ, ਔਰ ਉਹਨੂੰ ਪੁਲਿਸ ਨੇ ਜਦੋਂ ਪਹੁੰਚੀ ਆ ਅਤੇ ਉਹਨਾਂ ਨੇ ਉਹਨੂੰ ਫੜ ਲਿਆ। ਜਿਹੜਾ ਦੂਸਰਾ ਵਿਅਕਤੀ ਸੀਗਾ ਉਹ ਸਾਈਕਲ 'ਤੇ ਰਫੂ ਚੱਕਰ ਹੋ ਗਿਆ, ਔਰ ਪੁਲਿਸ ਵਾਲਿਆਂ ਨੇ ਜਿਹੜੀ ਆਪਣੀ ਕਾਰ ਸੀ ਜੀ ਉਹਦੇ ਪਿੱਛੇ ਲਾ ਲਈ। ਜਦੋਂ ਜਾ ਕੇ ਉਹਦੇ ਪਿੱਛੇ ਲਾਈ ਆ ਅਤੇ ਉਹ ਸਾਈਕਲ ਵਾਲੇ ਦੇ ਨਾਲ ਫਿਰ ਟੱਕਰ ਹੋ ਗਈ। ਟੱਕਰ ਹੋਣ ਦੇ ਨਾਲ ਉਹ ਕਾਫੀ ਉਹਦੇ ਸੱਟਾਂ ਲੱਗੀਆਂ ਨੇ ਅਤੇ ਇਸ ਵੇਲੇ ਉਹ ਹੌਸਪੀਟਲ ਵਿੱਚ ਆ। ਪਰ ਉਹਨੂੰ ਜਿਹੜਾ ਜਿਵੇਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਹ ਚੋਰੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੋਨਾਂ ਵਿਅਕਤੀਆਂ ਨੂੰ ਫੜਿਆ ਗਿਆ। ਜਿਹੜਾ ਸੇਫ ਵੀ ਸੀਗਾ ਉਹ ਵੀ ਚੋਰੀ ਦਾ ਹੀ ਦੱਸਿਆ ਜਾਂਦਾ ਹੈ। ਪਰ ਜਿਹੜੇ ਅਸੀਰਤ ਵਾਲੇ ਨੇ ਉਹ ਇਸ ਘਟਨਾ ਦੀ ਜਿਹੜੀ ਹੈ ਜੀ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਪੁਲਿਸ ਵਾਲਿਆਂ ਨੇ ਜਿਹੜਾ ਸਾਈਕਲ ਦੇ ਵਿੱਚ ਜਾ ਕੇ ਗੱਡੀ ਮਾਰੀ ਆ ਭਈ ਉਹ ਕਿਸ ਤਰ੍ਹਾਂ ਗੱਲ ਜਿਹੜੀ ਹੋਈ ਆ। ਸੋ ਇਹ ਤਾਂ ਸੀਗੀ ਜੀ ਗ੍ਰੈਂਡ ਪ੍ਰੇਰੀ ਤੋਂ। ਦੂਸਰੀ ਖਬਰ ਹੈ ਜਿਹੜੀ ਜੀ ਪਿਛਲੇ ਕੁਝ ਇੱਕ ਹਫ਼ਤਿਆਂ ਤੋਂ ਸਾਡੇ ਸੂਬੇ ਦੇ ਵਿੱਚ ਗੱਲਬਾਤ ਚੱਲਦੀ ਆ ਰਹੀ ਆ ਕਿ ਰੌਕੀ ਮਾਊਂਟੇਨਸ ਦੇ ਵਿੱਚ ਜਿਹੜਾ ਕੋਲ ਮਾਈਨਸ ਦੀ ਡਿਵੈਲਪਮੈਂਟ ਹੋਣੀ ਆ ਉਹਦੇ ਉੱਤੇ ਜਿਹੜੇ ਇੰਡੀਜਨਸ ਗਰੁੱਪਸ ਆ ਉਹਨਾਂ 5 ਗਰੁੱਪਾਂ ਵੱਲੋਂ, ਜਿਨ੍ਹਾਂ ਦੀ ਉੱਥੇ ਜਿਹੜੀ ਲੈਂਡ ਹੈਗੀ ਆ ਜੀ ਸਾਰੀ ਉਸ ਏਰੀਏ ਦੇ ਵਿੱਚ ਪੈਂਦੀ ਆ, ਉਹਨਾਂ ਸਾਰਿਆਂ ਨੇ ਕਿਹਾ ਵੀ ਗਵਰਨਮੈਂਟ ਦਾ ਜਿਹੜਾ ਕੰਸਲਟੇਸ਼ਨ ਪ੍ਰੋਸੈਸ ਆ ਵੀ ਉਹਦੇ 'ਚ ਸਾਡੇ ਨਾਲ ਤਾਂ ਉਹ ਕਹਿੰਦੇ ਗੱਲਬਾਤ ਹੀ ਨਹੀਂ ਹੋਈ। ਉਹਨਾਂ ਨੇ ਖੱਤ ਲਿਖ ਕੇ ਭੇਜੇ ਨੇ ਸਰਕਾਰ ਨੂੰ ਵੀ ਸਾਡੇ ਨਾਲ ਕੰਸਲਟੇਸ਼ਨ ਜਿਹੜੀ ਆ ਉਹ ਨਹੀਂ ਕੀਤੀ ਗਈ। ਇੱਥੋਂ ਤੱਕ ਇੱਕ ਬੈਂਡ ਦੇ ਚੀਫ ਨੇ ਗੱਲ ਆਖੀ ਆ, ਉਹ ਕਹਿੰਦਾ ਜੀ ਵੀ ਫੈਸਲਾ ਪਹਿਲਾਂ ਕਰ ਲਿਆ ਗਿਆ ਔਰ ਸਾਨੂੰ ਬਾਅਦ ਦੇ ਵਿੱਚ ਦੱਸਿਆ ਗਿਆ। ਇੱਕ ਕਹਿੰਦਾ ਸਾਨੂੰ ਮੀਡੀਆ ਤੋਂ ਪਤਾ ਲੱਗਾ। ਹੁਣ ਇਹ ਜਿਹੜੇ ਉਹਨਾਂ ਨੇ ਖੱਤ ਲਿਖਿਆ ਜੀ ਉਹਦੇ ਵਿੱਚ ਉਹਨਾਂ ਦੇ ਨਾਲ ਜਿਹੜੀਆਂ ਉਹ ਕੋਲ ਮਾਈਨ ਡਿਵੈਲਪ ਕਰਨ ਵਾਲੀਆਂ ਕੰਪਨੀਆਂ ਆ ਉਹਨਾਂ ਨੇ ਵੀ ਸਰਕਾਰ ਨੂੰ ਕਿਹਾ ਕਿ ਤੁਸੀਂ ਚੰਗਾ ਢੰਗ ਤਰੀਕਾ ਜਿਹੜਾ ਉਹ ਅਪਣਾਓ ਇੰਡੀਜਨਸ ਗਰੁੱਪਸ ਦੇ ਨਾਲ ਗੱਲਬਾਤ ਕਰਨ ਦਾ, ਤਾਂ ਕਿ ਜਿਹੜਾ ਫੈਸਲਾ ਉਹ ਠੀਕ ਲਿਆ ਜਾ ਸਕੇ। ਔਰ ਸੋਨੀਆ ਸਾਹਿਬ ਜਿਹੜੇ ਸਾਡੇ ਐਨਰਜੀ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ
ਅਸੀਂ ਜੀ ਸਰਕਾਰ ਟੂ ਸਰਕਾਰ ਗੱਲ ਕਰ ਰਹੇ ਹਾਂ, ਯਾਨੀ ਕਿ ਅਲਬਰਟਾ ਸਰਕਾਰ ਇੰਡੀਜਨਸ ਜਿਹੜੇ ਗਰੁੱਪਸ ਰਿਪਰੈਜ਼ੈਂਟ ਕਰਦੇ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਈਵਨ ਉਹ ਕਹਿੰਦੇ ਜੀ ਵੀ ਉਹ ਆਪਣੀ ਜਿਹੜੀ ਇਨਪੁਟ ਹੈਗੀ ਆ, ਉਹ ਜਿਹੜਾ ਪੈਨਲ ਹੈਗਾ ਇੱਕ ਬਣਾਇਆ ਹੋਇਆ, ਜਿਹਦੇ 'ਤੇ ਇੱਕ ਇੰਡੀਜਨਸ ਵਿਅਕਤੀ ਵੀ ਉਹਨਾਂ ਦਾ ਮੈਂਬਰ ਹੈ, ਉਹਨੂੰ ਵੀ ਆਪਣੀ ਇਨਪੁਟ ਉਹ ਦੇ ਸਕਦੇ ਆ। ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲਬਾਤ ਉਹਨਾਂ ਦੀ ਜੀ ਕਿਸ ਸਿਰੇ ਚੜ੍ਹਦੀ ਹੈਗੀ ਆ। ਪਰ ਹਾਲ ਦੀ ਘੜੀ ਇਹ ਜਿਹੜੇ ਖਾਤੇ ਆ ਕੰਪਨੀ ਅਤੇ ਇੰਡੀਜਨਸ ਲੋਕਾਂ ਵੱਲੋਂ ਜਿਹੜਾ ਸਰਕਾਰ ਨੂੰ ਭੇਜਿਆ ਗਿਆ ਵੀ ਤੁਸੀਂ ਇਹ ਜਿਹੜਾ ਗੱਲਬਾਤ ਦਾ ਢੰਗ ਤਰੀਕਾ ਕੰਸਲਟੇਸ਼ਨ ਦਾ ਉਹ ਆਰੰਭਿਆ ਜਾਵੇ। ਔਰ ਇੱਕ ਖਬਰ ਆ ਰਹੀ ਹੈ ਜੀ, ਜਿਹੜੀ ਕੈਨਮੋਰ ਟਾਊਨ ਆ, ਸਾਡੇ ਬੈਂਫ ਵੱਲ ਨੂੰ ਜਾਈਏ, ਕੈਲਗਰੀ ਤੋਂ ਵੈਸਟ ਵਾਲੇ ਪਾਸੇ ਨੂੰ, ਕੈਨਮੋਰ ਦੇ ਵਿੱਚ ਵੀ ਡਿਵੈਲਪਮੈਂਟ ਦੀ ਹੀ ਗੱਲ ਕੀਤੀ ਜਾ ਰਹੀ ਸੀ ਕਿ ਇੱਕ ਬਹੁਤ ਵੱਡਾ ਪ੍ਰੋਜੈਕਟ, ਐਕਚੁਅਲੀ 2 ਪ੍ਰੋਜੈਕਟ ਉੱਥੇ ਕੀਤੇ ਜਾਣੇ ਸੀ, ਜਿਹਦੇ ਨਾਲ ਟਾਊਨ ਦੀ ਜਿਹੜੀ ਪਾਪੂਲੇਸ਼ਨ ਹੈ ਜੀ ਉਹ ਇੱਕ ਕਿਸਮ ਦੀ ਦੁੱਗਣੀ ਹੋ ਜਾਣੀ ਸੀਗੀ। ਪਰ ਉਹ ਟਾਊਨ ਵਾਲਿਆਂ ਨੇ ਸ਼ਿਕਾਇਤ ਕੀਤੀ ਇਸ ਗੱਲ ਦੇ ਉੱਤੇ ਵੀ ਭਾਈ ਇਹ ਜਿਹੜਾ ਇਹਦੇ 'ਤੇ ਗੌਰ ਕੀਤਾ ਜਾਵੇ। ਅਤੇ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ ਕੰਸਲਟੇਸ਼ਨ ਸੀਗੀ ਕਾਊਂਸਲ ਦੇ ਵਿੱਚ ਚੱਲ ਰਹੀ ਸੀਗੀ। ਕੌਂਸਲ ਵਾਲਿਆਂ ਨੇ ਹੁਣ ਇੱਕ ਪ੍ਰੋਜੈਕਟ ਜਿਹੜਾ ਜੀ ਉਹ ਰਿਜੈਕਟ ਕਰ ਦਿੱਤਾ ਆ, ਅਤੇ 3 ਸਿਸਟਰਸ ਲੈਂਡ ਵਾਲਾ ਪ੍ਰੋਜੈਕਟ ਜਿਹੜਾ ਆ ਉਹ ਉਹਨਾਂ ਨੇ ਅਪਰੂਵ ਕਰ ਦਿੱਤਾ। ਜਿਹੜੀ ਕੰਪਨੀ ਡਿਵੈਲਪ ਕਰ ਰਹੀ ਸੀ ਉਹ ਕਹਿੰਦੇ ਜੀ ਵੀ ਇਹਦੇ ਵਿੱਚ ਬਹੁਤ ਸਾਰੀਆਂ ਡੀਟੇਲਸ ਹੈਗੀਆਂ, ਅਸੀਂ ਉਹਦੀ ਘੋਖ ਕਰ ਰਹੇ ਹਾਂ ਵੀ ਕਿੰਨਾ ਕੁ ਅਸੀਂ ਜਿਹੜਾ ਇਹਦੇ ਵਿੱਚ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਪਰ ਦੂਸਰੇ ਪਾਸੇ ਜਿਹੜੇ ਇਹਦੇ ਵਿਰੋਧੀ ਨੇ ਡਿਵੈਲਪਮੈਂਟ ਦੇ ਉੱਥੇ, ਉਹ ਕੁਝ ਲੋਕ ਕਹਿੰਦੇ ਆ ਜੀ ਵੀ ਇਹ ਵੀ ਜਿਹੜਾ ਇਹਨਾਂ ਨੇ ਅਪਰੂਵ ਕੀਤਾ ਵੀ ਉਹ ਵੀ ਕਾਫੀ ਵੱਡਾ ਪ੍ਰੋਜੈਕਟ ਆ, 2/3 ਜਿਹੜੀ ਉੱਥੋਂ ਦੀ ਪਾਪੂਲੇਸ਼ਨ ਆ ਕੈਨਮੋਰ ਦੀ ਵੱਧ ਜਾਣੀ ਆ। ਪਰ ਜਿਹੜੇ ਲੋਕ ਉੱਥੇ ਚਿੰਤਾ ਕਰ ਰਹੇ ਆ ਉਹ ਹੈ ਵਾਈਲਡ ਲਾਈਫ, ਯਾਨੀ ਕਿ ਰਿੱਛ ਅਤੇ ਹੋਰ ਜਿਹੜਾ ਵਾਈਲਡ ਲਾਈਫ ਉੱਥੋਂ ਦੀ ਲੰਘਦੀ ਹੈ ਜੀ। ਉਹ ਕਹਿੰਦੇ ਵੀ ਉਹ ਕੋਰੀਡੋਰ ਜਿਹੜਾ ਸਾਨੂੰ ਉਹਨਾਂ ਲਈ ਰੱਖਣਾ ਚਾਹੀਦਾ ਆ, ਤਾਂ ਕਿ ਉਹ ਵਾਈਲਡ ਲਾਈਫ ਉੱਥੋਂ ਆਪਣੇ ਢੰਗ ਤਰੀਕੇ ਦੇ ਨਾਲ, ਜਿਸ ਤਰ੍ਹਾਂ ਉਹਨਾਂ ਨੇ ਮੂਵ ਕਰਨਾ ਇੱਕ ਪਾਸਿਓਂ ਦੂਜੇ ਪਾਸੇ ਜਾਣਾ, ਉਹਨਾਂ ਨੂੰ ਜਾਣ ਦਾ ਰਾਹ ਹੋਵੇ ਅਤੇ ਇਹ ਪ੍ਰੋਜੈਕਟ ਕਿਤੇ ਉਸ ਗੱਲਬਾਤ ਦੇ ਵਿੱਚ ਅੜਿੱਕਾ ਨਾ ਬਣਨ। ਸੋ ਹੁਣ ਜਿਹੜੀ ਉਹ ਕੰਪਨੀਆਂ ਡਿਵੈਲਪ ਕਰਨ ਵਾਲੀ, ਉਹ ਕਹਿੰਦੇ ਜੀ ਅਸੀਂ ਇਹ ਜਿਹੜੀਆਂ ਸਾਨੂੰ ਇਹਨਾਂ ਨੇ ਤਜਵੀਜ਼ਾਂ ਦਿੱਤੀਆਂ, ਅਸੀਂ ਉਹਨਾਂ 'ਤੇ ਬਹਿ ਕੇ ਘੋਖ ਕਰਾਂਗੇ ਪੂਰੀ ਦੀ ਪੂਰੀ ਕਿ ਉਹ ਸਾਨੂੰ ਠੀਕ ਬਹਿੰਦੀਆਂ ਜਾਂ ਨਹੀਂ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਫਿਲਹਾਲ ਸਮਾਂ ਹੋ ਚਲਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਦੇਖਾਂਗੇ ਇੱਕ ਸਪੈਸ਼ਲ ਰਿਪੋਰਟ ਕਿ ਸਰੀ ਦੇ ਵਿੱਚ ਕਿਵੇਂ ਹੋਈ ਅੱਜ ਵੈਕਸੀਨੇਸ਼ਨ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਅੱਜ ਸਰੀ ਦੇ ਵਿੱਚ ਵੈਕਸੀਨ ਲਗਵਾਉਣ ਵਾਲਿਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਕਈ ਦਿਨਾਂ ਤੋਂ ਵੈਕਸੀਨ ਲਗਵਾਉਣ ਦਾ ਸਿਲਸਿਲਾ ਤਾਂ ਚੱਲ ਹੀ ਰਿਹਾ ਹੈ, ਖਾਸ ਕਰਕੇ ਉਦੋਂ ਤੋਂ ਵੈਕਸੀਨ ਪ੍ਰਕਿਰਿਆ ਦੇ ਵਿੱਚ ਤੇਜ਼ੀ ਆਈ ਜਦੋਂ ਤੋਂ BC ਦੇ ਵਿੱਚ ਕੋਵਿਡ-19 ਤੇ ਨਵੇਂ ਵੈਰੀਐਂਟ ਦੇ ਮਾਮਲੇ ਵਧ ਰਹੇ ਨੇ। ਸਰਕਾਰ ਚਿੰਤਤ ਹੈ, ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਆਓ ਦੇਖਦੇ ਹਾਂ ਸਰੀ ਦੇ ਵਿੱਚ ਵੈਕਸੀਨ ਮੌਕੇ ਕਿੰਨਾ ਕੁ ਵੱਡਾ ਇਕੱਠ ਹੋਇਆ। ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਕੁਝ ਦਿਨ ਪਹਿਲਾਂ ਅਸੀਂ ਲਾਈਵ ਹੋਏ ਸੀ ਤੇ ਸਾਰੀ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਸਰੀ ਨਿਊਟਨ ਦੇ ਐਥਲੈਟਿਕ ਪਾਰਕ ਦੇ ਵਿੱਚ ਅਸੀਂ ਇੱਥੇ ਪਹੁੰਚੇ ਹੋਏ ਸੀ, ਜਿੱਥੇ ਵੈਕਸੀਨ ਦਾ ਕੰਮ ਚੱਲ ਰਿਹਾ। ਹਾਲਾਂਕਿ ਕੱਲ ਵੀ ਇੱਥੇ ਵੈਕਸੀਨ ਲੱਗੀ ਹੈ ਤੇ ਕੱਲ ਜਦੋਂ ਵੈਕਸੀਨ ਲੱਗੀ ਸੀਗੀ ਤਾਂ ਇਹ ਕਿਹਾ ਜਾ ਰਿਹਾ ਸੀਗਾ ਵੀ ਭੀੜ ਕਾਫੀ ਹੋ ਚੁੱਕੀ ਸੀ। ਖੁਦ ਵੀ ਅਸੀਂ ਇੱਥੇ 2:30 ਤੇ ਯਾਨੀ 2:30 ਵਜੇ ਦੇ ਕਰੀਬ ਇੱਥੇ ਚੱਕਰ ਲਗਾਉਣ ਦੇ ਲਈ ਕੱਲ ਵੀ ਪਹੁੰਚੇ ਸੀਗੇ, ਪਰ ਬਹੁਤ ਜ਼ਿਆਦਾ ਕਰਾਊਡ ਸੀ ਔਰ ਬਾਹਰ ਬੋਰਡ ਲੱਗਿਆ ਹੋਇਆ ਸੀਗਾ ਵੀ ਆਲਰੇਡੀ ਫੁੱਲ ਹੋ ਚੁੱਕਿਆ ਹੈ। ਸੋ ਕੱਲ ਤਾਂ ਸਮਾਂ ਨਹੀਂ ਮਿਲਿਆ ਵੈਕਸੀਨ ਦਾ, ਸੋ ਅੱਜ ਅਸੀਂ ਖੁਦ ਵੀ ਇੱਥੇ ਵੈਕਸੀਨ ਲਗਵਾਉਣ ਲਈ ਪਹੁੰਚੇ ਸੀਗੇ ਤੇ ਅਸੀਂ ਦੇਖਿਆ ਵੀ ਸਵੇਰੇ 6 ਵਜੇ ਤੋਂ ਹੀ ਇੱਥੇ ਲੋਕਾਂ ਨੇ ਲੰਬੀ ਜਿਹੜੀ ਆ ਕਤਾਰਾਂ ਲੱਗੀਆਂ ਹੋਈਆਂ ਸੀ। ਕੁਝ ਦਿਨ ਪਹਿਲਾਂ ਵੀ ਭੀੜ ਦਿਖਾਈ ਸੀ, ਹੁਣ ਫਿਰ ਤੋਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਨੇ। ਔਰ ਇਹ ਸਵੇਰੇ 6 ਵਜੇ ਤੋਂ ਵੀ ਪਹਿਲਾਂ ਕੁਝ ਲੋਕ ਅਜਿਹੇ ਸੀ ਜਿਹੜੇ 5 ਵਜੇ ਤੋਂ ਇੱਥੇ ਲੰਬੀ ਲਾਈਨ ਲਗਾ ਕੇ ਪਹੁੰਚੇ ਹੋਏ ਸੀ। ਗਿਣਤੀ 2 ਘੰਟੇ ਦੇ ਵਿੱਚ 1000 ਤੋਂ ਉੱਪਰ ਬੰਦਾ ਇੱਥੇ ਦਿਖਾਈ ਦੇ ਰਿਹਾ ਸੀਗਾ। ਫਾਈਜ਼ਰ ਦੀ ਵੈਕਸੀਨ ਇੱਥੇ ਲੱਗ ਰਹੀ ਸੀਗੀ। ਸੋ ਹੁਣ ਵੀ ਦੇਖ ਸਕਦੇ ਹੋ ਇੱਥੇ ਵੈਕਸੀਨ ਲਗਾਈ ਜਾ ਰਹੀ ਹੈ। ਥੋੜੀ ਦੇਰ ਪਹਿਲਾਂ ਅਸੀਂ ਖੁਦ ਵੀ ਵੈਕਸੀਨ ਜਿਹੜੀ ਲਗਵਾਈ ਹੈ। ਇੱਕ ਜਿਹੜੀ ਪਹਿਲੀ ਡੋਜ਼ ਅੱਜ ਵੈਕਸੀਨ ਦੀ ਲੱਗੀ ਹੈ। ਦੂਸਰੀ ਡੋਜ਼ ਦੀ ਜਿਹੜੀ ਵਾਰੀ ਹੈ ਉਹ 4 ਮਹੀਨੇ ਬਾਅਦ ਆਉਣੀ ਹੈ। 4 ਮਹੀਨੇ ਦਾ ਉਹਦੇ ਵਿੱਚ ਗੈਪ ਜਿਹੜਾ ਪਾਉਣਾ ਤੇ ਬਕਾਇਦਾ ਕਾਰਡ ਦਿੱਤਾ ਗਿਆ ਜਿਹਦੇ ਵਿੱਚ ਇਹ ਹੋਏਗਾ ਕਿ ਮੈਸੇजेस ਤੁਹਾਡੇ ਤੁਸੀਂ ਈਮੇਲ ਆਪਣੀ ID ਦਿੱਤੀ ਹੈ ਜਾਂ ਫਿਰ ਤੁਸੀਂ ਫੋਨ ਥਰੂ ਰਜਿਸਟਰਡ ਕਰਵਾਇਆ ਤਾਂ ਉਹਦੇ ਥਰੂ ਤੁਹਾਨੂੰ ਜਾਣਕਾਰੀ ਮਿਲ ਜਾਏਗੀ, ਤੁਹਾਨੂੰ ਇਨਫੋਰਮੇਸ਼ਨ ਉਹਦਾ ਮੈਸੇਜ ਆ ਜਾਏਗਾ ਵੀ ਤੁਹਾਡੀ ਸੈਕਿੰਡ ਡੋਜ਼ ਜਿਹੜੀ ਹੈ ਉਹਦਾ ਇਹ ਵਾਲਾ ਦਿਨ ਹੈ। ਸੋ ਇੱਥੇ ਤੁਸੀਂ ਪਹੁੰਚਣਾ ਤੇ ਆ ਕੇ ਦੂਸਰੀ ਵੈਕਸੀਨ ਜਿਹੜੀ ਹੈ ਆਪਣੀ ਲਵਾਉਣੀ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਵੈਕਸੀਨ
ਵੈਕਸੀਨ ਲਗਵਾ ਚੁੱਕੇ ਨੇ ਤੇ ਆਪਾਂ ਉਹਨਾਂ ਦੇ ਨਾਲ ਅੱਜ ਗੱਲਬਾਤ ਵੀ ਕਰਦੇ ਹਾਂ। ਕਈ ਲੋਕ ਇੱਥੇ ਮੌਜੂਦ ਨੇ। ਵੈਕਸੀਨ ਲਗਵਾਉਣ ਤੋਂ ਬਾਅਦ ਸਾਰਿਆਂ ਨੂੰ ਇੱਥੇ ਬਿਠਾਇਆ ਜਾ ਰਿਹਾ 15-15 ਮਿੰਟ ਦੇ ਲਈ, ਤਾਂ ਕਿ ਲੋਕ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ। ਜੇ ਕਿਸੇ ਨੂੰ ਕੋਈ ਪ੍ਰੋਬਲਮ 15 ਮਿੰਟ ਦੇ ਵਿੱਚ ਆਉਂਦੀ ਹੈ ਤਾਂ ਤੁਰੰਤ ਇੱਥੇ ਟੀਮ ਬਕਾਇਦਾ ਬੈਠੀ ਹੋਈ ਹੈ ਹੈਲਥ ਕੇਅਰ ਦੀ, ਜਿਹੜੀ ਕਿ ਦੇਖ ਸਕਦੀ ਆ ਉਹਨਾਂ ਨੂੰ, ਉਹਨਾਂ ਦੀ ਕੇਅਰ ਕਰ ਸਕਦੀ ਹੈ ਤੇ ਉਹਨਾਂ ਦਾ ਜਿਹੜਾ ਕੋਈ ਵੀ ਟੈਸਟ ਤੱਕ ਦੀ ਕਰਵਾਉਣ ਦੀ ਨੌਬਤ ਵੀ ਆਈ ਤਾਂ ਉਹ ਵੀ ਜਿਹੜਾ ਕਰਵਾਏ ਜਾਣਗੇ। ਜਿਹੜੇ ਲੋਕ ਆਲਰੇਡੀ ਵੈਕਸੀਨ ਲਗਵਾ ਚੁੱਕੇ ਆ, ਅਸੀਂ ਕੁਝ ਉਹਨਾਂ ਨਾਲ ਵੀ ਗੱਲ ਕਰਦੇ ਵੀ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਵੈਕਸੀਨ ਤੋਂ ਬਾਅਦ। ਇਨਫੈਕਟ ਹਾਲੇ ਤੱਕ ਤਾਂ ਮੈਂ ਵੀ ਇੱਥੇ ਵੇਟ ਹੀ ਕਰ ਰਹੀ ਹਾਂ, ਮੇਰੇ ਵੀ ਵੈਕਸੀਨ ਲੱਗ ਚੁੱਕੀ ਹੈ, ਪਰ ਵਧੀਆ ਹੀ ਫੀਲ ਹੋ ਰਿਹਾ। ਤੇ ਹੋਰ ਲੋਕਾਂ ਤੋਂ ਇੱਥੇ ਜਾਣਕਾਰੀ ਆਪਾਂ ਲੈਂਦੇ ਹਾਂ ਵੀ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਆ। ਜੀ ਆਂਟੀ ਜੀ, ਤੁਸੀਂ ਮੈਂ ਦੇਖਿਆ ਵੀ ਮੇਰੇ ਤੋਂ ਬਿਲਕੁਲ ਪਿਛਲੀ ਵਾਲੀ ਸਾਈਡ ਤੇ ਤੁਸੀਂ ਹੀ ਖੜੇ ਹੋਏ ਸੀਗੇ ਬਕਾਇਦਾ, ਤੇ ਕਾਫੀ ਸਵੇਰੇ 6 ਵਜੇ ਤੋਂ ਆ ਕੇ ਅਸੀਂ ਸਾਰੇ ਇੱਥੇ ਖੜੇ ਹੋਏ ਹਾਂ। 6 ਵਜੇ ਤੋਂ ਹੁਣ ਸ਼ਾਇਦ ਆਈ ਥਿੰਕ 11:30 ਦਾ ਸਮਾਂ ਹੋ ਚੁੱਕਿਆ, ਸੋ ਕਾਫੀ ਟਾਈਮ ਹੋ ਚੁੱਕਿਆ ਹੈ। ਵੈਕਸੀਨ ਹੁਣ ਤੁਹਾਡੇ ਵੀ ਲੱਗ ਚੁੱਕੀ ਹੈ। ਵੈਕਸੀਨ ਲਗਵਾਉਣ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋ ਰਿਹਾ? ਫੀਲ ਤਾਂ ਗੁੱਡ ਲੱਗਦਾ। ਹਾਂਜੀ ਹਾਂਜੀ। ਤੁਹਾਨੂੰ ਫਾਈਜ਼ਰ ਦੀ ਵੈਕਸੀਨ ਬਾਰੇ ਇੱਥੋਂ ਪਹਿਲਾਂ ਤੋਂ ਜਾਣਕਾਰੀ ਸੀਗੀ ਵੀ ਤੁਸੀਂ 6 ਵਜੇ ਦੇ ਇੱਥੇ ਪਹੁੰਚੇ ਹੋਏ ਸੀ, ਰਜਿਸਟਰਡ ਕਰਵਾ ਚੁੱਕੇ ਸੀ? ਹਾਂਜੀ, ਰਜਿਸਟਰ ਕਰਵਾਇਆ ਸੀ ਬੇਟੇ ਨੇ, ਤਾਂ ਬਹੂ ਨੇ ਸਾਰਿਆਂ ਨੇ ਰਜਿਸਟਰ ਕਰਵਾਤਾ ਸੀਗਾ ਪਹਿਲਾਂ ਹੀ। ਠੀਕ ਹੈ। ਹਾਂਜੀ। ਤੇ ਤੁਸੀਂ ਆਪਣੇ ਬੇਟੇ ਦੇ ਨਾਲ ਪਹੁੰਚੇ। ਸਰੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੈਕਸੀਨ ਲਗਾਈ ਜਾ ਰਹੀ ਹੈ, ਕਿ ਤੁਸੀਂ ਪਹਿਲਾਂ ਉੱਥੇ ਵੀ ਗੇੜਾ ਮਾਰਿਆ ਸੀ ਜਾਂ ਸਿੱਧਾ ਇੱਥੇ ਹੀ ਆਏ? ਸਿੱਧਾ ਇੱਥੇ ਹੀ ਆਇਆ ਸੀਗਾ, ਬੇਟੇ ਨੇ ਫਾਈਂਡ ਆਊਟ ਕੀਤਾ ਸੀਗਾ ਤਾਂ ਸਿੱਧਾ ਇੱਥੇ ਹੀ ਆ ਗਏ ਸੀ ਅਸੀਂ। ਠੀਕ ਹੈ, ਓਕੇ। ਇਹ ਤੁਹਾਡਾ ਬੇਟਾ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਅਮਨ, ਥੋੜੀ ਦੇਰ ਪਹਿਲਾਂ ਵੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀਗੀ। ਅਮਨ, ਵੈਕਸੀਨ ਹੁਣ ਲੱਗ ਚੁੱਕੀ ਹੈ ਤੁਹਾਡੇ ਵੀ, ਤੇ ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਕਿਦਾਂ ਦਾ ਫੀਲ ਹੋ ਰਿਹਾ? ਸਪੈਸ਼ਲੀ ਜਦੋਂ ਅਸੀਂ ਵੈਕਸੀਨ ਲਗਵਾ ਲੈਂਦੇ ਹਾਂ ਨਾ, ਤੇ ਅਸੀਂ ਬੜੇ ਕੇਅਰਲੈਸ ਜੇ ਹੋ ਜਾਂਦੇ ਆ ਵੀ ਮੇਰੇ ਤਾਂ ਵੈਕਸੀਨ ਹੁਣ ਲੱਗ ਚੁੱਕੀ ਹੈ, ਚਾਹੇ ਉਹ ਪਹਿਲੀ ਡੋਜ਼ ਲੱਗੀ ਹੈ, ਤੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਫਿਰ ਜਿਹੜੇ ਆਲਰੇਡੀ ਨਿਯਮ ਹੁੰਦੇ ਨੇ, ਰੂਲ ਰੈਗੂਲੇਸ਼ਨਸ, ਉਹ ਛੱਡ ਦਿੰਦੇ ਵੀ ਮੈਂ ਤਾਂ ਵੈਕਸੀਨੇਸ਼ਨ ਮੈਨੂੰ ਲੱਗ ਚੁੱਕੀ, ਮੈਨੂੰ ਕੋਈ ਪਰਵਾਹ ਨਹੀਂ ਹੈ ਨਾ। ਤੇ ਪਰ ਉਹ ਦੂਜਿਆਂ ਵਾਸਤੇ ਪਰੇਸ਼ਾਨੀ ਹੋ ਸਕਦੀ ਹੈ, ਸਪੈਸ਼ਲੀ ਯੰਗ ਜਨਰੇਸ਼ਨ ਇਦਾਂ ਹੀ ਕਰਦੀ ਹੈ। ਤੇ ਤੁਹਾਡੇ ਦਿਮਾਗ ਦੇ ਵਿੱਚ ਹੁਣ ਕੀ ਚੱਲ ਰਿਹਾ? I think important ਹੈ ਹਜੇ ਸੋਚਣ ਬਾਰੇ ਵੀ ਬਾਰੇ ਦਾ ਜ਼ਿਆਦਾ ਜਾਣਾ ਨਹੀਂਗਾ, ਰਾਈਟ? ਹਜੇ ਕੇਅਰਫੁਲ ਰਹਿਣਾ ਪੈਣਾ ਹੈ, ਕਿਉਂਕਿ ਵੈਕਸੀਨ ਲੱਗ ਗਈ ਹੈ ਪਰ ਹਜੇ ਗਾਰੰਟੀ ਨਹੀਂ ਗੀ 100% ਇਫੈਕਟਿਵ ਨਹੀਂ ਗੀ। ਐਂਡ ਰੂਮਰ ਹੈਜ਼ ਇਟ ਜਿੱਦਾਂ ਟਾਈਮ ਅੱਗੇ ਲੰਘਦਾ ਆ, ਕਈ ਵਾਰੀ ਵੈਕਸੀਨ ਦੀ ਜਿਹੜੀ ਇਫੈਕਟ ਹੁੰਦੀ ਆ ਉਹ ਘੱਟ ਹੋ ਜਾਂਦੀ ਆ। ਤਾਂ ਇਹਦੇ ਕਰਕੇ ਆਈ ਥਿੰਕ ਇਟਸ ਇੰਪੋਰਟੈਂਟ ਜਿਹੜੀ ਆ ਸਾਡੀ ਜਨਰੇਸ਼ਨ ਆ ਵੀ ਘਰੇ ਰਹਿਣ, ਥੋੜ੍ਹਾ ਸੇਫ ਰਹਿਣ ਹਜੇ ਵੀ, ਜਦੋਂ ਤੱਕ ਦੂਸਰਾ ਡੋਜ਼ ਨਹੀਂ ਲੱਗਦਾ। ਤਾਂ ਫਿਰ ਉਸ ਤੋਂ ਬਾਅਦ ਜੋ ਆਈ ਗੈਸ ਗਵਰਨਮੈਂਟ ਜਾਂ BC ਹੈਲਥ ਅਥਾਰਟੀਜ਼ ਕਹਿੰਦੇ ਉਹ ਫਿਰ ਠੀਕ ਹੈ। ਬੜੇ ਸਾਰੇ ਲੋਕ ਜਦੋਂ ਪਹੁੰਚੇ ਹੋਏ ਸੀ ਤਾਂ ਅੱਧੇ ਦੇ ਲੋਕ ਭੀੜ ਦੇਖ ਕੇ ਮੈਨੂੰ ਲੱਗ ਰਿਹਾ ਸੀ ਵੀ ਇਹ ਸੋਚਣਗੇ ਵੀ ਕੋਈ ਨਾ, ਅੱਜ ਨਹੀਂ ਇੰਨੀ ਲੰਬੀ ਭੀੜ ਲੱਗ ਚੁੱਕੀ, ਕੱਲ ਆ ਜਾਾਂਗੇ। ਤਾਂ ਤੁਹਾਡੇ ਮਨ ਦੇ ਵਿੱਚ ਵੀ ਕੁਝ ਅਜਿਹਾ ਚੱਲ ਰਿਹਾ ਸੀ ਵੀ ਕੋਈ ਨਹੀਂ, ਕੱਲ ਵੀ ਤਾਂ ਡੇਟ ਮਿਲ ਰਹੀ ਹੈ, ਕਿ ਇਹ ਸੋਚਿਆ ਸੀ ਵੀ ਅੱਜ ਆਇਆ ਤੇ ਲਗਵਾ ਕੇ ਹੀ ਜਾਣੀ? I mean ਆਪਾਂ ਇੱਧਰ ਥੋੜ੍ਹਾ अर्ਲੀ ਆ ਗਏ ਸੀਗੇ, ਸੋਸ਼ਲ ਮੀਡੀਆ ਤੋਂ ਪਤਾ ਲੱਗ ਗਿਆ ਸੀਗਾ ਵੀ ਇੱਦਾਂ ਪੌਪ-ਅਪ ਸਾਈਟ ਹੁੰਦੀਆਂ ਆ, ਤਾਂ अर्ਲੀ ਆ ਗਏ ਸੀਗੇ। ਸੋ ਥੈਂਕਫੁਲੀ ਸਾਡਾ ਇੱਦਾਂ ਲੱਗ ਗਿਆ, ਪਰ ਕਾਫੀ ਲੋਕ ਬਾਅਦ 'ਚੋਂ ਆਏ ਸੀਗੇ। ਤਾਂ ਜਿਹੜੇ ਬਾਅਦ 'ਚੋਂ ਆਏ ਆ ਫਿਰ ਉਹਨਾਂ ਨੂੰ ਇਹ ਹੁੰਦਾ ਆ ਵੀ ਸਾਡੇ ਮੌਕਾ ਆਉਣਾ ਨਹੀਂਗਾ, ਐਵੇਂ ਬਾਹਰ ਖੜ੍ਹੇ ਰਹਿਣਾ ਆ, ਉਹ ਫਿਰ ਘਰੇ ਚਲੇ ਗਏ, ਤਾਂ ਕੱਲ੍ਹ ਨੂੰ ਆਉਗੇ। ਤੁਸੀਂ ਵੀ ਫਿਲਹਾਲ ਵੇਟ ਕਰ ਰਹੇ ਹੋ ਹੈ ਨਾ? 15 ਮਿੰਟ ਤੁਹਾਨੂੰ ਵੀ ਬੈਠਣ ਲਈ ਕਿਹਾ ਵੀ ਸਿਹਤ ਸੈੱਟ ਰਹਿੰਦੀ ਹੈ ਵੈਕਸੀਨ, ਹੈ ਨਾ? ਹਾਂਜੀ, ਯਾ। ਸੋ ਇਸੇ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ? ਹਾਂਜੀ। ਓਕੇ, ਚਲੋ ਦੈਟਸ ਗੁੱਡ, ਵਧੀਆ। ਸੋ ਬਹੁਤ ਸਾਰੇ ਲੋਕ ਅਜਿਹੇ ਨੇ ਜਿਹਨਾਂ ਕੋਲ ਵੈਕਸੀਨ ਹੁਣ ਲੱਗ ਚੁੱਕੀ ਹੈ, ਵਾਰੀ ਆ ਚੁੱਕੀ ਹੈ, ਖੜੇ ਤਾਂ ਸਵੇਰ ਦੇ ਹੀ ਸੀ ਸਾਰੇ, ਤੇ ਹੁਣ ਉਹ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ। ਸੋ ਇੱਕ ਵਾਰੀ ਭੀੜ ਤੁਹਾਨੂੰ ਫਿਰ ਤੋਂ ਅਸੀਂ ਦਿਖਾਣੇ ਵੀ ਕਿੰਨੀ ਔਰ ਕਿੱਥੋਂ ਤੱਕ ਲੱਗੀ ਹੋਈ। ਹਜੇ ਵੀ ਜਿਹੜਾ ਇਹ ਪੂਰਾ ਪਾਰਕ ਜਿਹੜਾ ਭਰਿਆ ਪਿਆ, ਤੁਸੀਂ ਤਸਵੀਰਾਂ ਦੇਖੋ। ਸਰੀ ਨਿਊਟਨ ਦੇ ਐਥਲੈਟਿਕ ਪਾਰਕ ਦੇ ਵਿੱਚ ਜਦੋਂ ਅਸੀਂ ਪਹੁੰਚੇ ਹਾਂ ਸਵੇਰੇ 6 ਵਜੇ ਤੋਂ ਲੈ ਕੇ ਹੁਣ 11:30-12 ਵੱਜਣ ਵਾਲੇ ਨੇ, ਪਰ ਇੱਥੇ ਪੂਰਾ ਕਰਾਊਡ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ, ਵੈਕਸੀਨ ਲਗਵਾ ਰਹੇ ਨੇ। ਕੋਈ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜ ਰਿਹਾ, ਕੋਈ ਭੀੜ ਦੇਖ ਕੇ ਨਹੀਂ ਘਬਰਾਇਆ, ਸਾਰੇ ਵੈਕਸੀਨ ਲਗਵਾਉਣ ਦਾ ਇੰਤਜ਼ਾਰ ਕਰ ਰਹੇ ਨੇ। ਬਹੁਤ ਸਾਰੇ ਲੋਕ ਤਾਂ ਪਹਿਲਾਂ ਹੀ ਇਹ ਸੋਚ ਕੇ ਹੀ ਆਏ ਸੀ ਵੀ ਭੀੜ ਜ਼ਿਆਦਾ ਹੋਣੀ, ਤੇ ਉਹਨਾਂ ਨੇ ਤਾਂ ਆਪਣੇ ਨਾਲ ਆਪਣੀਆਂ ਕੁਰਸੀਆਂ ਵੀ ਚੱਕੀਆਂ, ਟਿਮ ਹਾਰਟਨ ਦੀ ਕੌਫੀ ਪੀਤੀ ਹੈ, ਤੇ ਲੋਕਾਂ ਨੇ ਕਿਉਂਕਿ ਟਾਈਮ ਲੰਘਾਉਣਾ ਹੀ ਸੀਗਾ, ਸਾਰੇ ਥੱਕ ਰਹੇ ਸੀ। ਜਿਹੜੇ ਲੋਕ ਸਪੈਸ਼ਲੀ ਜਿਹੜੇ ਸੀਨੀਅਰਸ ਨੇ, ਉਹ ਜਦੋਂ ਥੱਕ ਰਹੇ ਸੀ ਤਾਂ ਉਹਨਾਂ ਦੇ ਕੋਲ ਆਪਣੀਆਂ ਚੇਅਰਸ ਸੀਗੀਆਂ ਬੈਠਣ ਲਈ। ਕਈ ਲੋਕ ਅਜਿਹੇ ਸੀ ਜਿਹੜੇ ਸੇਵਾ ਕਰਦੇ ਵੀ ਨਜ਼ਰ ਆਏ, ਔਰ ਕਈਆਂ ਨੇ ਕੌਫੀ ਖੁਦ ਲੋਕਾਂ ਨੂੰ ਪਿਲਾਈ ਔਰ ਵੰਡੀ ਵੀ ਹੈ। ਸੋ ਇਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਜੇ ਲੋਕ ਇੰਨੇ ਜ਼ਿਆਦਾ ਅਵੇਅਰ ਹੈਗੇ ਆ ਵੈਕਸੀਨ ਨੂੰ ਲੈ ਕੇ, ਤੇ ਇਹ ਕਹਿ ਸਕਦੇ ਹਾਂ ਵੀ ਵੈਕਸੀਨ ਦੀ ਜਿਹੜੀ ਅਵੇਅਰਨੈਸ ਹੈ ਕਿਤੇ ਨਾ ਕਿਤੇ ਹੋ ਸਕਦਾ ਵੀ BC ਦੇ ਵਿੱਚ ਜਿੰਨੇ ਕੇਸਿਸ ਹੁਣ ਤੱਕ ਆ ਰਹੇ ਸੀਗੇ ਉਹਨਾਂ ਨੂੰ ਘਟਾਉਣ ਦੇ ਵਿੱਚ ਜਿਹੜੀ ਹੈ ਹੈਲਪ ਮਿਲ ਸਕੇ। ਇਹ ਮਾਮਲੇ ਜਿਹੜੇ ਨਵੇਂ ਵੇਰੀਐਂਟ ਦੇ ਜਾਂ COVID-19 ਦੇ ਜਿਹੜੇ ਵੱਧ ਰਹੇ ਨੇ ਉਹ
ਘਟ ਸਕਦੇ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਾਸੇ ਬੂਥ ਜਿਹੜੇ ਲੱਗੇ ਹੋਏ ਨੇ, ਲਗਾਤਾਰ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਲੋਕ ਵੈਕਸੀਨ ਕਰਵਾਈ ਜਾ ਰਹੀ ਹੈ। ਰਜਿਸਟ੍ਰੇਸ਼ਨ ਦਾ ਮੈਂ ਇਹ ਦੱਸਦਾ ਵੀ ਪਹਿਲਾਂ ਤੋਂ ਵੀ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਵੈਕਸੀਨ ਲਗਵਾਉਣ ਦੀ ਹੈ ਉਹ ਹੋਣੀ ਚਾਹੀਦੀ ਹੈ। ਉਹ ਰਜਿਸਟ੍ਰੇਸ਼ਨ ਦੇਖਣ ਤੋਂ ਬਾਅਦ ਫਿਰ ਇਹ ਤੁਹਾਡਾ ਕੇਅਰ ਕਾਰਡ ਜਿਹੜਾ ਉਹ ਦੇਖਣਗੇ, ਫਿਰ ਇਹ ਦੁਬਾਰਾ ਤੋਂ ਉਹ ਰਜਿਸਟ੍ਰੇਸ਼ਨ ਨੂੰ ਚੈੱਕ ਕਰਕੇ ਫਿਰ ਤੁਹਾਡੀ ਈਮੇਲ ਜਾਂ ਫੋਨ ਥਰੂ ਤੁਹਾਨੂੰ ਇੱਕ ਮੈਸੇਜ ਆਏਗਾ। ਦੈਨ ਉਸ ਤੋਂ ਬਾਅਦ ਜਿਹੜੀ ਹੈ ਇਹ ਵੈਕਸੀਨ ਲਗਾਈ ਜਾ ਰਹੀ ਹੈ। ਔਰ ਵੈਕਸੀਨ ਲੱਗਣ 'ਚ ਜਦੋਂ ਵੈਕਸੀਨ ਦਾ ਇੰਜੈਕਸ਼ਨ ਲੱਗਦਾ ਤਾਂ ਕੁਝ ਸੈਕਿੰਡ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਵੀ ਇੰਜੈਕਸ਼ਨ ਜਿਹੜਾ ਹੈ ਕੰਪਲੀਟ ਹੋ ਚੁੱਕਾ ਹੈ, ਲੱਗ ਚੁੱਕਾ ਹੈ। ਸੋ ਸਾਰੇ ਅਵੇਅਰ ਨੇ। ਔਰ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਵੀ ਇੱਕ ਉਮਰ ਹੱਦ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਵੀ ਲੋਕ ਇੰਨੀ ਏਜ ਦੇ ਪਹੁੰਚਣ, ਇੰਨੀ ਏਜ ਦੇ, ਪਰ ਹੁਣ ਜਦੋਂ ਅਪ੍ਰੈਲ ਦੇ ਵਿੱਚ ਗੱਲ ਕੀਤੀ ਗਈ ਹੈ ਤਾਂ ਹੁਣ ਕਾਫੀ ਲੋਕ ਜਿਹੜੇ ਸੀਨੀਅਰਸ ਹੈ ਉਹਨਾਂ ਨੂੰ ਵੈਕਸੀਨ ਆਲਰੇਡੀ ਲੱਗ ਚੁੱਕੀ ਹੈ ਤੇ ਇਸੇ ਲਈ ਇਹ ਓਪਨ ਕਰ ਦਿੱਤਾ ਗਿਆ ਸੀ। ਯਾਨੀ ਅੱਜ ਕੋਈ ਉਮਰ ਹੱਦ ਦੇ ਵਿੱਚ ਨਹੀਂ ਸੀ ਵੀ ਇੰਨੀ ਉਮਰ ਦੇ ਲੋਕ ਇੱਥੇ ਪਹੁੰਚਣ ਜਾਂ ਇੰਨੀ ਉਮਰ। ਔਰ ਯੰਗਸਟਰਸ ਜਿਹੜੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਜਿਹੜੀ ਹੈ ਵੈਕਸੀਨ ਲਗਾਈ ਜਾ ਰਹੀ ਹੈ। ਤੇ ਸਾਰੇ ਜਿਹੜੇ ਨੇ ਫਾਈਜ਼ਰ ਦੀ ਵੈਕਸੀਨ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਨੇ। ਸਰੀ ਦੇ ਵਿੱਚ BC ਦੇ ਵਿੱਚ ਅੱਜ ਕੁਝ ਦਿਨਾਂ ਤੋਂ ਆਲਰੇਡੀ ਇਹ ਸਿਲਸਿਲਾ ਚੱਲ ਰਿਹਾ ਵੀ ਲੋਕ ਲਗਾਤਾਰ ਜਿਹੜੇ ਨੇ ਉਹ ਵੈਕਸੀਨ ਲਗਵਾ ਹੀ ਰਹੇ ਨੇ ਤੇ ਜਿਹਨੂੰ ਜਿੱਥੋਂ ਜਿਹੜੀ ਵੀ ਵੈਕਸੀਨ ਮਿਲ ਰਹੀ ਹੈ ਉਹ ਲਗਵਾਈ ਜਾ ਰਹੀ ਹੈ। ਆਲਰੇਡੀ ਜਿਹੜੀਆਂ ਕੈਨੇਡਾ ਦੇ ਵਿੱਚ ਵੈਕਸੀਨ ਆਈਆਂ ਨੇ ਤੇ ਉਹ ਸਾਰੀਆਂ ਵੈਕਸੀਨਸ ਜਿਹੜੀਆਂ ਨੇ ਜਾਂਚ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਹੀ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਤੇ ਲਗਾਈਆਂ ਜਾ ਰਹੀਆਂ ਨੇ ਲੋਕਾਂ ਨੂੰ। ਤੇ ਅੱਜ ਫਾਈਜ਼ਰ ਦੀ ਵੈਕਸੀਨ ਜਿਹੜੀ ਆ ਉਹ ਇੱਥੇ ਲੱਗ ਰਹੀ ਸੀ ਤੇ ਹਜੇ ਤੱਕ ਲੱਗਦਾ ਵੀ ਭੀੜ ਇੰਨੀ, ਥੋੜੀ ਦੇਰ ਪਹਿਲਾਂ ਜਦੋਂ ਮੈਂ ਲਾਈਵ ਹੋਈ ਸੀ ਤਾਂ ਉਦੋਂ ਬਹੁਤ ਵੱਡੀ ਭੀੜ ਜਿਹੜੀ ਆ ਤੁਹਾਨੂੰ ਦਿਖਾ ਦਿੱਤੀ ਸੀ ਆਲਰੇਡੀ ਅਸੀਂ, ਤੇ ਵੀ ਕਿੱਥੋਂ ਤੱਕ ਜਿਹੜਾ ਗਰਾਊਂਡ ਦੇ ਪਾਰਕ ਦੇ ਜਿਹੜਾ ਘੇਰਾ ਬਣਿਆ ਹੋਇਆ ਇਸ ਭੀੜ ਦਾ। ਤੇ ਹਜੇ ਤੱਕ ਵੀ ਉਹੀ ਹੈ, ਪਹਿਲੀ ਕਤਾਰ ਵਾਲੇ ਜਿਹੜੇ ਉਹ ਸਾਰੇ ਨਿਕਲ ਚੁੱਕੇ ਨੇ ਪਰ ਹਜੇ ਵੀ ਲੰਬੀ ਜਿਹੜੀ ਕਤਾਰ ਹੈ ਦੇਖੀ ਜਾ ਰਹੀ ਹੈ ਤੇ ਭੀੜ ਹਜੇ ਵੀ ਲੱਗੀ ਹੋਈ ਹੈ। ਵਾਸਤੇ ਵੀ ਖਾਸ ਅਪੀਲ ਕੀਤੀ ਜਾਂਦੀ ਹੈ ਜਿਹੜੇ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਹੈ ਇਗਨੋਰ ਕਰ ਦਿੰਦੇ ਨੇ ਉਸ ਚੀਜ਼ ਨੂੰ ਔਰ ਨਿਯਮਾਂ ਦੀਆਂ ਖਾਸ ਤੌਰ ਦੇ ਉੱਤੇ ਜਿਹੜੀ ਹੈ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਨੇ, ਪਾਲਣਾ ਨਹੀਂ ਕਰਦੇ। ਇਹ ਕੋਈ ਇਸ ਚੀਜ਼ ਦੀ ਸਰਵੇ ਨਹੀਂ ਕੀਤਾ ਗਿਆ ਜਾਂ ਕੋਈ ਇਸ ਚੀਜ਼ ਦੀ ਸਟੱਡੀ ਨਹੀਂ ਹੈ ਕਿ ਜੇ ਤੁਹਾਨੂੰ ਫਸਟ ਡੋਜ਼ ਵੈਕਸੀਨ ਦੀ ਲੱਗ ਚੁੱਕੀ ਹੈ ਤਾਂ ਤੁਸੀਂ ਆਜ਼ਾਦ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਕੁਝ ਹੋ ਨਹੀਂ ਸਕਦਾ ਜਾਂ ਤੁਸੀਂ ਦੂਜੇ ਕਿਸੇ ਨੂੰ ਕੁਝ ਕਰ ਨਹੀਂ ਸਕਦੇ। ਇਸ ਚੀਜ਼ ਦਾ ਖਾਸ ਖਿਆਲ ਰੱਖਿਓ ਕਿ ਜੇ ਵੈਕਸੀਨ ਆਲਰੇਡੀ ਇੱਕ ਪਹਿਲੀ ਡੋਜ਼ ਲੱਗ ਚੁੱਕੀ ਹੈ ਤਾਂ ਫਿਰ ਵੀ ਤੁਹਾਨੂੰ ਨਿਯਮਾਂ ਦਾ ਖਿਆਲ ਰੱਖਣਾ ਪਏਗਾ। ਤੁਹਾਨੂੰ ਆਪਣੇ ਆਪ ਨੂੰ ਵੀ ਬਚਾਉਣਾ ਪਏਗਾ ਤੇ ਤੁਹਾਨੂੰ ਦੂਜਿਆਂ ਨੂੰ ਵੀ ਬਚਾਉਣਾ ਪਏਗਾ। ਸੋ ਜਿਹੜੇ ਰੂਲ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰ ਲੈਣਾ। ਸੋ ਫਿਰ ਤੋਂ ਅਸੀਂ ਮਿਲਾਂਗੇ। ਫਿਲਹਾਲ ਤਾਂ ਜੀ ਇਜਾਜ਼ਤ ਦਿਓ। ਸ਼ੈਰੀ ਗੌਰਵਾ, ਚੈਨਲ ਪੰਜਾਬੀ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।